ਇਕ ਓੰਕਾਰ ਸਤਿਗੁਰ ਪ੍ਰਸਾਦਿ। ਰਾਗ ਸੂਹੀ ਮਹਿਲਾ ਪਹਿਲਾ। ਘਰ ਤੀਜਾ। ਆਵੋ ਸੱਜਣਾ ਹਉ ਦਰ ਦੇਖਾਂ ਦਰਸ਼ਨ ਤੇਰਾ ਰਾਮ। ਘਰ ਆਪਨੜੈ ਖੜੀ ਤਕਾਂ ਮੈਂ ਮਨ ਚਾਉ ਕਨੇਰਾ ਰਾਮ। ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ। ਮੈਂ ਤੇਰਾ ਪਰਵਾਸਾ। ਦਰਸ਼ਨ ਦੇਖ ਭਈ ਨੇਹ ਕੇਵਲ। ਜਨਮ ਮਰਨ ਦੁਖ ਨਾਸਾ। ਸਗਲੀ ਜੋਤ ਜਾਤਾ ਤੂੰ ਸੋਈ। ਮਿਲਿਆ ਭਾਏ ਸੁਪਾਏ। ਨਾਨਕ ਸਾਜਨ ਕੋ ਬਲ ਜਾਈਐ। ਸਾਚ ਮਿਲੇ ਘਰ ਆਏ। ਨਾਨਕ ਸਾਜਨ ਕੋ ਬਲ ਜਾਈਐ। ਸਾਚ ਮਿਲੈ ਘਰ ਆਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਗੁਰੂ ਬਾਣੀ ਦੇ ਵਿੱਚੋਂ ਆਪ ਜੀ ਨੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਸੂਹੀ ਦੇ ਅੰਦਰ ਦਰਜ ਸ਼ਬਦ ਜੋ ਕਵਿਤਾ ਦੇ ਸ਼ੰਤ ਰੂਪ ਵਿੱਚ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪੰਨਾ 764 ਤੋਂ ਸ਼ਰਵਣ ਕੀਤਾ ਹੈ। ਅੱਜ ਦੇ ਦੀਵਾਨ ਅੰਦਰ ਇਸ ਸ਼ਬਦ ਦੇ ਪਹਿਲੇ ਬੰਦ ਦੀ ਵਿਚਾਰ ਗੁਰੂ ਮਹਿਰਮਤ ਸਦਕਾ ਆਪ ਜੀ ਦੇ ਨਾਲ ਸਾਂਝੀ ਕੀਤੀ ਜਾਏਗੀ। ਇਸ ਸ਼ਬਦ ਦੇ ਅੰਦਰ ਕੁੱਲ 4 ਬੰਦ ਹਨ। ਆਓ ਸ਼ਬਦ ਦੇ ਪਹਿਲੇ ਬੰਦ ਦੀ ਵਿਚਾਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਿਰਮਤ ਦਾ ਸਦਕਾ ਜੁੜਨ ਦਾ ਯਤਨ ਕਰਦੇ ਹਾਂ। ਇੱਕ ਵਾਰ ਗੁਰੂ ਕਲਗੀਧਰ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨੀ। ਕਹਿਣਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਦੀ ਆਰੰਭਤਾ ਸੰਖੇਪ ਮੰਗਲਾ ਚਰਨ ਤੋਂ ਕੀਤੀ ਗਈ ਹੈ, ਜਾਂ ਅਸੀਂ ਇਉਂ ਵੀ ਕਹਿ ਸਕਦੇ ਹਾਂ ਕਿ ਸ਼ਬਦ ਦੇ ਉੱਪਰ ਗੁਰੂ ਸਾਹਿਬਾਨ ਦੇ ਵੱਲੋਂ ਸੰਖੇਪ ਮੰਗਲਾ ਚਰਨ ਲਿਖਿਆ ਗਿਆ ਹੈ। ਇੱਕ ਓੰਕਾਰ ਪਰਮੇਸ਼ਰ ਇੱਕ ਹੈ, ਉਹ ਇੱਕ ਰਸ ਵਿਆਪਕ ਹੈ। ਸਤ, ਸਤ ਦਾ ਭਾਵ ਸੱਚ ਹੈ, ਸਦੀਵ ਹੈ, ਅਟਲ ਹੈ। ਬਾਣੀ ਅੰਦਰ ਸੱਤ ਦੇ ਭਾਵ ਗਿਣਤੀ ਵਾਲਾ ਸੱਤ ਵੀ ਹੈ,
ਸਤ ਦਾ ਭਾਵ ਉੱਚਾ ਆਚਰਣ ਵੀ ਹੈ। ਸਤ ਦਾ ਭਾਵ ਦਾਨੀ ਵੀ ਹੈ। ਬਾਣੀ ਵਿੱਚ ਸਤ ਦੇ ਕਈ ਅਰਥ ਸਤਿਗੁਰ ਨੇ ਕੀਤੇ ਹਨ। ਜਿਵੇਂ ਆਪ ਜੀ ਸ਼ਾਮ ਨੂੰ ਸੋਦਰ ਦਾ ਪਾਠ ਕਰਦੇ ਹੋ, ਉਹਦੇ ਵਿੱਚ ਜ਼ਿਕਰ ਆਉਂਦਾ ਹੈ, ਜਪ ਤਪ ਸੰਜਮ ਤੁਧ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਜਿੱਥੇ ਬਾਣੀ ਵਿੱਚ ਜਪ ਦਾ ਤਪ ਦਾ ਜ਼ਿਕਰ ਹੈ, ਉੱਥੇ ਸਤਿਗੁਰ ਨੇ ਬਾਣੀ ਵਿੱਚ ਸਤ ਦਾ ਜ਼ਿਕਰ ਵੀ ਕੀਤਾ ਹੈ। ਸੋ ਬਾਣੀ ਵਿੱਚ ਸਤ ਨੂੰ ਬਹੁ ਅਰਥ ਦਿੱਤੇ ਗਏ ਹਨ। ਸਤ ਦਾ ਅਰਥ ਗਿਣਤੀ ਵਾਲਾ ਸਤ ਵੀ ਹੈ। ਸਤ ਦਾ ਅਰਥ ਦਾਨੀ ਸੁਭਾਅ ਵੀ ਹੈ। ਸਤ ਦਾ ਅਰਥ ਸਤੀ ਵੀ ਹੈ, ਭਾਵ ਦਾਨੀ ਸੁਭਾਅ ਵਾਲਾ ਵੀ ਹੈ। ਅਤੇ ਸਤ ਦਾ ਅਰਥ ਅਟਲ ਸੱਚ ਹੋਂਦ ਵਾਲਾ ਵੀ ਹੈ। ਗੁਰਦੇਵ ਆਖਦੇ ਹਨ, ਇੱਕ ਓਂਕਾਰ ਪਰਮਾਤਮਾ ਇੱਕ ਹੈ, ਉਹ ਇੱਕ ਰਸ ਵਿਆਪਕ ਹੈ। ਸਤ ਉਸ ਦੀ ਹੋਂਦ ਸਤ ਹੈ, ਅਟਲ ਹੈ, ਗੁਰ ਪ੍ਰਸਾਦ। ਤੇ ਐਸੇ ਗੁਣਾਂ ਵਾਲਾ ਪਰਮੇਸ਼ਰ, ਗੁਰੂ ਦੀ ਕਿਰਪਾ, ਗੁਰੂ ਦੀ ਮਹਿਰਮਤ, ਗੁਰੂ ਦੀ ਬਖਸ਼ੀ ਦਾ ਸਦਕਾ ਮਹਿਸੂਸ ਹੁੰਦਾ ਹੈ, ਪ੍ਰਾਪਤ ਹੁੰਦਾ ਹੈ। ਰਾਗ ਸੂਹੀ ਭਾਵ ਇਹ ਸ਼ਬਦ ਜਿਸ ਦੀ ਵਿਚਾਰ ਅਸੀਂ ਕਰਨ ਜਾ ਰਹੇ ਹਾਂ, ਇਹ ਰਾਗ ਸੂਹੀ ਦੇ ਅੰਦਰ ਮਹਿਲਾ ਪਹਿਲਾ ਪਹਿਲੇ ਸਰੀਰ ਵਿੱਚ ਉਚਾਰਨ ਕੀਤਾ ਗਿਆ। ਭਾਵ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ। ਘਰ ਤੀਜਾ ਭਾਵ ਗਾਉਣ ਦੀ ਪद्धਤੀ, ਰਾਗ ਦੇ ਗਾਉਣ ਦੀ ਪद्धਤੀ ਦੇ ਅਨੁਸਾਰ ਤਾਲ ਦਾ ਘਰ ਤੀਜਾ ਹੈ। ਇਹ ਇਸ ਸ਼ਬਦ ਦੇ ਉੱਪਰ ਸਰਲੇਖ ਦਰਜ ਹੈ। ਇਸ ਨੂੰ ਸਰਲੇਖ ਕਹਿੰਦੇ ਹਨ। ਬਾਣੀ ਵਿੱਚ ਹਰ ਇੱਕ ਸ਼ਬਦ ਦੇ ਉੱਪਰ ਕੋਈ ਨਾ ਕੋਈ ਸਰਲੇਖ ਦਰਜ ਹੁੰਦਾ ਹੈ। ਉਸ ਵਿੱਚ ਮੰਗਲਾਚਰਨ ਵੀ ਹੋ ਸਕਦਾ ਹੈ, ਉਸ ਵਿੱਚ ਰਾਗ ਦਾ ਨਾਮ ਵੀ ਹੁੰਦਾ ਹੈ, ਉਸ ਵਿੱਚ ਜਿਸ ਨੇ ਸ਼ਬਦ ਉਚਾਰਨ ਕੀਤਾ ਹੁੰਦਾ ਹੈ ਉਸ ਦਾ ਸੰਕੇਤ ਵੀ ਹੁੰਦਾ ਹੈ, ਤਾਲ ਦਾ ਸੰਕੇਤ ਵੀ ਹੁੰਦਾ ਹੈ। ਤੇ ਕਈ ਵਾਰ ਕੁਝ ਹੋਰ ਸਰਲੇਖ ਵੀ ਸ਼ਬਦ ਦੇ ਉੱਪਰ ਆਉਂਦੇ ਹਨ। ਭਾਵ ਸ਼ਬਦ ਤੋਂ ਪਹਿਲਾਂ ਜੋ ਅਸੀਂ ਪੜ੍ਹਦੇ ਹਾਂ, ਕਿਸੇ ਸ਼ਬਦ ਦੇ ਆਰੰਭ ਹੋਣ ਤੋਂ ਪਹਿਲਾਂ ਜੋ ਅਸੀਂ ਪੜ੍ਹਦੇ ਹਾਂ, ਜਿਵੇਂ ਇਸ ਸ਼ਬਦ 'ਚ ਅਸੀਂ ਪੜ੍ਹਿਆ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ, ਮਹਿਲਾ ਪਹਿਲਾ, ਘਰ ਤੀਜਾ। ਇਹਨੂੰ ਸਰਲੇਖ ਆਖਦੇ ਹਨ ਕਿ ਕਿਸੇ ਸ਼ਬਦ ਦੇ ਸਿਰ ਦੇ ਉੱਪਰ ਲਿਖਿਆ ਗਿਆ ਲੇਖ, ਭਾਵ ਸ਼ਬਦ ਤੋਂ ਪਹਿਲਾਂ ਉਸ ਦੇ ਸੰਬੰਧ ਵਿੱਚ ਦਿੱਤੀ ਗਈ ਜਾਣਕਾਰੀ। ਤੋ ਇਸ ਨੂੰ ਆਪਾਂ ਇਉਂ ਲੈਂਦੇ ਹਾਂ। ਬਾਣੀ ਵਿੱਚ ਕੋਈ ਵੀ ਸ਼ਬਦ ਐਸਾ ਨਹੀਂ ਹੈ ਜਿਹਦੇ ਉੱਪਰ ਸਰਲੇਖ ਦਰਜ ਨਾ ਹੋਏ। ਹਰ ਇੱਕ ਸ਼ਬਦ ਉੱਪਰ ਜਾਂ ਸ਼ਬਦਾਂ ਦੇ ਸਮੂਹਾਂ ਦੇ ਉੱਪਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਰਚੀ, ਜਿਸ ਨੂੰ ਅਸੀਂ ਆਦਿ ਬੀੜ ਦਾ ਪਹਿਲਾ ਪ੍ਰਕਾਸ਼ ਪੁਰਬ ਆਖਦੇ ਹਾਂ। ਭਾਵ ਜਦੋਂ ਗੁਰੂ ਅਰਜਨ ਸਾਹਿਬ ਨੇ ਭਾਈ ਗੁਰਦਾਸ ਜੀ ਦੀ ਮਦਦ ਦੇ ਨਾਲ ਤੇ ਹੋਰ ਗੁਰਸਿੱਖਾਂ ਦੀ ਸਹਾਇਤਾ ਦੇ ਨਾਲ ਬਾਣੀ ਨੂੰ ਇਕੱਠਾ ਕਰਕੇ ਤੇ ਵਿਉਂਤਬੰਦ ਢੰਗ ਦੇ ਨਾਲ ਸੰਪਾਦਿਤ ਕੀਤਾ, ਉਸ ਵਕਤ ਇਹ ਸਾਰੀ ਪद्धਤੀ ਬਣਾਈ ਗਈ ਜਿਸ ਨੂੰ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਅੰਦਰ ਪੜ੍ਹਦੇ ਹਾਂ। ਇਸ ਤੋਂ ਪਹਿਲਾਂ ਜਾਂ ਇਉਂ ਕਹਿ ਲਓ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਤੋਂ ਪਹਿਲਾਂ ਬਾਣੀ ਦਾ ਜੋ ਸਰੂਪ ਅੱਜ ਸਾਡੇ ਕੋਲ ਹੈ ਇਹ ਨਹੀਂ ਸੀ। ਬਾਣੀ ਲਿਖੀ ਐਵੇਂ ਹੋਈ ਸੀ, ਪਰ ਇਸ ਨੂੰ ਇੱਕ ਨਵਾਂ ਢੰਗ ਜੋ ਹੈ ਉਹ ਗੁਰੂ ਅਰਜਨ ਸਾਹਿਬ ਨੇ ਦਿੱਤਾ ਲਿਖਣ ਦਾ, ਕਿ ਜਿਹੜੇ ਸ਼ਬਦ ਜਿਸ ਰਾਗ 'ਚ ਹਨ ਉਹਨਾਂ ਨੂੰ ਉਸ ਰਾਗ ਵਿੱਚ ਇਕੱਠਾ ਕਰ ਦਿੱਤਾ ਗਿਆ। ਭਾਵ ਕੁੱਲ ਬਾਣੀ ਨੂੰ ਸਤਿਗੁਰ ਨੇ ਦੋ ਹਿੱਸਿਆਂ 'ਚ ਵੰਡ ਲਿਆ। ਇੱਕ ਉਹ ਬਾਣੀ ਜਿਹੜੀ ਰਾਗਾਂ ਦੇ ਵਿੱਚ ਹੈ, ਇੱਕ ਉਹ ਬਾਣੀ ਜੋ ਰਾਗਾਂ ਤੋਂ ਰਹਿਤ ਹੈ।
ਬਾਣੀ ਦੇ ਵਿੱਚ ਅਸੀਂ ਜਦੋਂ ਜਪਜੀ ਸਾਹਿਬ ਪੜ੍ਹਦੇ ਹਾਂ ਤੇ ਰਾਗ ਮੁਕਤ ਬਾਣੀ ਹੈ। ਉਸ ਤੋਂ ਬਾਅਦ ਸੋਦਰ ਦਾ ਪਾਠ ਆਉਂਦਾ ਹੈ, ਸੋਹਿਲੇ ਦੇ ਸ਼ਬਦ ਆਉਂਦੇ ਹਨ। ਸੋਦਰ ਦੇ ਪਾਠ ਦੇ ਵਿੱਚ ਵੀ ਰਾਗਾਂ ਵਾਲੇ ਸ਼ਬਦ ਹਨ, ਸੋਹਿਲੇ ਦੇ ਵਿੱਚ ਵੀ ਰਾਗਾਂ ਵਾਲੇ ਸ਼ਬਦ ਹਨ। ਉਸ ਤੋਂ ਬਾਅਦ ਸ਼੍ਰੀ ਰਾਗ ਆਰੰਭ ਹੁੰਦਾ ਹੈ। ਸ਼੍ਰੀ ਰਾਗ ਦੀ ਆਰੰਭਤਾ ਤੋਂ ਲੈ ਕੇ ਤੇ ਜੈਜਾਵੰਤੀ ਤੱਕ ਇਹ ਸਾਰੀ ਬਾਣੀ ਭਾਵ ਗੁਰੂ ਗ੍ਰੰਥ ਸਾਹਿਬ ਦਾ ਅਸੀਂ ਇਉਂ ਕਹਿ ਸਕਦੇ ਹਾਂ ਕਿ 3 ਹਿੱਸਿਆਂ ਤੋਂ ਵੱਧ ਹਿੱਸਾ ਜਿਹੜਾ ਹੈ ਉਹ ਰਾਗਾਂ ਦੇ ਵਿੱਚ ਹੈ ਤੇ ਕੁਝ ਹਿੱਸਾ ਜਿਹੜਾ ਹੈ ਉਹ ਰਾਗਾਂ ਤੋਂ ਬਿਨਾਂ ਹੈ। ਰਾਗਾਂ ਤੋਂ ਬਾਅਦ ਫਿਰ ਸੈਸਕ੍ਰਿਤੀ ਸ਼ਲੋਕ ਆ ਜਾਂਦੇ ਹਨ, ਫਿਰ ਚੌਬਲੇ, ਫੁਨਹੇ, ਉਸ ਤੋਂ ਬਾਅਦ ਕਬੀਰ ਸਾਹਿਬ ਜੀ ਦੇ ਸ਼ਲੋਕ, ਫਰੀਦ ਸਾਹਿਬ ਜੀ ਦੇ ਸ਼ਲੋਕ, ਗੁਰੂ ਸਾਹਿਬ ਜੀ ਦੇ ਸਵਈਏ, ਭੱਟਾਂ ਦੇ ਸਵਈਏ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਲੋਕ। ਇਹ ਸਾਰੇ ਬਚਨ ਜਿਹੜੇ ਰਾਗਾਂ ਤੋਂ ਬਿਨਾਂ ਹਨ। ਇਹਨਾਂ ਤੇ ਕਿਸੇ ਵੀ ਰਾਗ ਦਾ ਸਿਰਲੇਖ ਦਰਜ ਨਹੀਂ ਹੈ। ਤੁਸੀਂ ਬਾਬਾ ਕਬੀਰ ਸਾਹਿਬ ਦੇ ਸ਼ਲੋਕ ਪੜ੍ਹੋ, ਉਹਦੇ ਤੇ ਕਿਸੇ ਰਾਗ ਦਾ ਸਿਰਲੇਖ ਦਰਜ ਨਹੀਂ ਕਿ ਉਹ ਕਿਸ ਰਾਗ 'ਚ ਨੇ। ਆਪਾਂ 9ਵੇਂ ਮਹੱਲੇ ਦੇ ਸ਼ਲੋਕ ਪੜ੍ਹਦੇ ਹਾਂ, 9ਵੇਂ ਮਹੱਲੇ ਦੇ ਸ਼ਲੋਕਾਂ ਉੱਪਰ ਕਿਸੇ ਵੀ ਰਾਗ ਦਾ ਜ਼ਿਕਰ ਨਹੀਂ ਹੈ। ਸੋ ਇਹਨੂੰ ਕਹਿੰਦੇ ਨੇ ਰਾਗ ਮੁਕਤ ਬਾਣੀ। ਕੁੱਲ ਗੁਰੂ ਗ੍ਰੰਥ ਸਾਹਿਬ ਨੂੰ 2 ਹਿੱਸਿਆਂ 'ਚ ਵੰਡ ਕੇ ਗੁਰੂ ਸਾਹਿਬ ਨੇ ਇੱਕ ਹਿੱਸਾ ਉਹ ਰੱਖਿਆ ਜੋ ਰਾਗ ਬੱਧ ਹੈ, ਇੱਕ ਹਿੱਸਾ ਉਹ ਰੱਖਿਆ ਜੋ ਰਾਗ ਮੁਕਤ ਹੈ। ਇਸ ਤੋਂ ਬਾਅਦ ਫਿਰ ਅੱਗੇ ਇਹਦੀ ਵੰਡ ਕੀਤੀ ਗਈ, ਹਰ ਇੱਕ ਰਾਗ ਨੂੰ ਅੱਗੇ ਵੰਡਿਆ ਗਿਆ। ਉਹਦੀ ਵੰਡ ਕਿਸ ਤਰ੍ਹਾਂ ਕੀਤੀ ਗਈ ਕਿ ਸਭ ਤੋਂ ਪਹਿਲਾਂ ਪਦੇ ਆਉਣਗੇ, ਫਿਰ ਉਸ ਤੋਂ ਬਾਅਦ ਅਸ਼ਟਪਦੀਆਂ ਆਉਣਗੀਆਂ, ਫਿਰ ਸ਼ੰਤ ਆਉਣਗੇ, ਸ਼ੰਤਾਂ ਤੋਂ ਬਾਅਦ ਵਿਸ਼ੇਸ਼ ਬਾਣੀ ਆਏਗੀ, ਵਿਸ਼ੇਸ਼ ਬਾਣੀ ਤੋਂ ਬਾਅਦ ਵਾਰ ਆਏਗੀ, ਵਾਰਾਂ ਤੋਂ ਬਾਅਦ ਭਗਤਾਂ ਦੀ ਬਾਣੀ ਆਏਗੀ। ਹਰ ਇੱਕ ਰਾਗ ਵਿੱਚ ਇਹ ਇੱਕ ਪद्धਤੀ, ਇਹ ਪੈਟਰਨ ਬਣਾਇਆ ਗਿਆ। ਇਸ ਪੈਟਰਨ ਦੇ ਹਿਸਾਬ ਨਾਲ ਚੱਲਿਆ ਗਿਆ। ਫਿਰ ਇਹਦੇ ਵਿੱਚ ਅੱਗੇ ਜਾ ਕੇ ਫਿਰ ਵੰਡ ਕੀਤੀ ਗਈ ਕਿ ਪਦਿਆਂ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਸ਼ਬਦ ਆਉਣਗੇ, ਫਿਰ ਤੀਜੇ ਪਾਤਸ਼ਾਹ ਦੇ, ਫਿਰ ਚੌਥੇ ਦੇ, ਫਿਰ ਪੰਜਵੇਂ ਦੇ ਤੇ ਫਿਰ 9ਵੇਂ ਦੇ ਆਉਣਗੇ। ਇਹਦੇ ਵਿੱਚ ਅੱਗੇ ਇਉਂ ਵੰਡ ਕੀਤੀ ਗਈ। ਸੋ ਇਸ ਤਰੀਕੇ ਦੇ ਨਾਲ ਇਹ ਸਾਰਾ ਗੁਰੂ ਗ੍ਰੰਥ ਸਾਹਿਬ ਸੰਪਾਦਿਤ ਕੀਤਾ ਗਿਆ। ਉਸੇ ਸੰਪਾਦਨਾ ਦੇ ਵਿੱਚ ਇਹ ਸਿਰਲੇਖ ਜਿਹੜੇ ਹਨ ਬਾਣੀ ਦੇ ਉੱਪਰ ਦਰਜ ਕੀਤੇ ਗਏ, ਜਿਸ ਬਾਰੇ ਅੱਜ ਸੰਖੇਪ ਜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ। ਸ਼ਬਦ ਦਾ ਆਗਾਜ਼ ਹੁੰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹਨ, ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ। ਰਾਮ ਤੋਂ ਭਾਵ ਹੈ ਹੇ ਰਮੇ ਹੋਏ ਪਰਮਾਤਮਾ, ਹੇ ਕਣ ਕਣ ਦੇ ਵਿੱਚ ਸਮਾਏ ਹੋਏ ਵਾਹਿਗੁਰੂ। ਤੇਰੇ ਅੱਗੇ ਇਹ ਬੇਨਤੀ ਹੈ, ਤੇਰੇ ਅੱਗੇ ਇਹ ਅਰਜ਼ ਹੈ, ਆਵੋ ਸੱਜਣਾ, ਹੇ ਮੇਰੇ ਸੱਜਣ ਤੂੰ ਮੇਰੇ ਸਨਮੁਖ ਆ। ਹੋਂ ਦੇਖਾਂ ਦਰਸ਼ਨ ਤੇਰਾ, ਮੈਂ ਤੇਰੇ ਦਰਸ਼ਨਾਂ ਨੂੰ ਦੇਖਾਂ, ਤੇਰੇ ਦਰਸ਼ਨਾਂ ਨੂੰ ਨਿਹਾਰਾਂ, ਤੇਰੇ ਦਰਸ਼ਨਾਂ ਨੂੰ ਕਰਾਂ। ਭਾਵ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਇਉਂ ਮਹਿਸੂਸ ਕਰਵਾ ਰਹੇ ਹਨ ਕਿ ਜਿਵੇਂ ਇੱਕ ਵਿਆਹੀ ਹੋਈ ਔਰਤ ਆਪਣੇ ਘਰ ਦੇ ਵਿੱਚ, ਇੱਕ ਉਦਾਹਰਣ ਲੈ ਲਓ ਜਾਂ ਇਉਂ ਮਹਿਸੂਸ ਕਰ ਲਓ ਕਿ ਉਹ ਇੱਕ ਵਿਆਹੀ ਹੋਈ ਔਰਤ ਇਉਂ ਮਹਿਸੂਸ ਕਰ ਰਹੀ ਹੈ ਕਿ ਜਦੋਂ ਵਿਆਹ ਤੋਂ ਬਾਅਦ ਉਹਦਾ ਭਰਤਾ ਉਸ ਨੂੰ ਛੱਡ ਕੇ ਕਿਤੇ ਦੂਰ ਚਲਾ ਗਿਆ ਤੇ ਉਹ ਘਰ ਦੇ ਬਾਹਰ ਵਿੱਚ ਖੜ ਕੇ, ਬੂਹੇ ਵਿੱਚ ਖੜ ਕੇ ਰਸਤੇ ਵੱਲ ਨੂੰ ਤੱਕ ਰਹੀ ਹੈ ਤੇ ਤੱਕਦੀ ਹੋਈ ਇਉਂ ਮਹਿਸੂਸ ਕਰ ਰਹੀ ਹੈ ਕਿ ਹੇ ਮੇਰੇ ਸਿਰ ਦੇ ਸਾਈਆਂ, ਕਿਤੇ ਤੂੰ ਆਵੇਂ ਤੇ ਮੈਂ ਤੇਰੇ ਦਰਸ਼ਨਾਂ ਨੂੰ ਵੇਖਾਂ, ਤੇਰੇ ਦਰਸ਼ਨ ਕਰਾਂ, ਤੇਰੇ ਦਰਸ਼ਨ ਨਿਹਾਰਾਂ। ਸਤਿਗੁਰੂ ਜੀ ਐਵੇਂ ਮਹਿਸੂਸ ਕਰਾ ਰਹੇ ਨੇ ਸਾਨੂੰ। ਗੁਰਦੇਵ ਆਖਦੇ ਨੇ ਕਿ ਹੇ ਵਾਹਿਗੁਰੂ, ਹੇ ਪਰਮੇਸ਼ਰ, ਕਿਤੇ ਤੂੰ ਆਵੇਂ ਤੇ ਮੈਂ ਤੇਰੇ ਦਰਸ਼ਨਾਂ ਨੂੰ ਕਰਾਂ। ਆਵੋ ਸੱਜਣਾ ਹੋ ਦੇਖਾਂ ਦਰਸ਼ਨ ਤੇਰਾ ਰਾਮ, ਘਰ ਆਪਨੜੈ ਖੜੀ ਤੱਕਾਂ। ਮੈਂ ਆਪਣੇ ਘਰ ਵਿੱਚ ਖੜ ਕੇ, ਖਲੋ ਕੇ ਤੈਨੂੰ ਤੱਕ ਰਹੀ ਹਾਂ, ਵੇਖ ਰਹੀ ਹਾਂ। ਘਰ ਆਪਨੜੈ ਖੜੀ ਤੱਕਾਂ
ਮੈਂ ਮਨ ਚਾਓ ਕਨੇਰਾ ਰਾਮ। ਮੇਰੇ ਮਨ ਵਿੱਚ ਤੇਰੇ ਦਰਸ਼ਨਾਂ ਦਾ ਚਾਅ ਬੜਾ ਹੈ। ਭਾਵ ਮੈਂ ਜਿਸ ਤੇਰੇ ਦਰਸ਼ਨਾਂ ਨੂੰ ਲੋਚ ਰਹੀ ਹਾਂ, ਬੜੇ ਚਾਅ ਦੇ ਨਾਲ ਲੋਚ ਰਹੀ ਹਾਂ। ਸੋ ਮੁੱਕਦੀ ਗੱਲ ਇੱਥੇ ਕਿ ਮੈਂ ਇਹਨੂੰ ਸਮੇਟਾਂ ਕਿ ਸਤਿਗੁਰੂ ਜੀ ਨੇ ਇੱਥੇ ਇੱਕ ਉਦਾਹਰਣ ਦੇ ਕੇ ਸਾਨੂੰ ਇਹ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਵੇਂ ਇੱਕ ਪਤੀ ਤੋਂ ਵਿਛੜੀ ਹੋਈ ਇੱਕ ਔਰਤ ਪਤਨੀ ਰੂਪ ਵਿੱਚ ਆਪਣੇ ਘਰ ਵਿੱਚ ਖੜ ਕੇ ਆਪਣੇ ਪਤੀ ਦਾ ਰਸਤਾ ਤੱਕਦੀ ਹੈ, ਉਵੇਂ ਹੀ ਹੇ ਵਾਹਿਗੁਰੂ ਮੈਂ ਇਸ ਸਰੀਰ ਰੂਪੀ ਘਰ ਦੇ ਵਿੱਚ ਖੜ ਕੇ ਤੇਰੇ ਦਰਸ਼ਨਾਂ ਨੂੰ ਨਿਹਾਰਨ ਦੀ ਕੋਸ਼ਿਸ਼ ਕਰ ਰਹੀ ਹਾਂ, ਤੱਕ ਰਹੀ ਹਾਂ ਕਿ ਕਿਤੇ ਤੂੰ ਆਵੇਂ ਤੇ ਮੈਂ ਤੇਰੇ ਦਰਸ਼ਨ ਕਰਾਂ। ਬਾਣੀ ਵਿੱਚ ਨਾ ਪਰਮੇਸ਼ਰ ਦੇ ਦਰਸ਼ਨ ਕਰਨ ਦੀ ਤਾਂਘ ਬੜੇ ਥਾਵਾਂ ਤੇ ਦਰਸਾਈ ਗਈ ਹੈ। ਕੁਝ ਉਦਾਹਰਨਾਂ ਵੀ ਦਿੱਤੀਆਂ ਨੇ, ਮੈਂ ਉਹਨਾਂ ਚੋਂ ਕੁਝ ਉਦਾਹਰਨਾਂ ਤੁਹਾਡੇ ਸਾਹਮਣੇ ਰੱਖਾਂਗਾ। ਗੱਲ ਇੱਥੇ ਹੈ ਪਰਮੇਸ਼ਰ ਦੇ ਦਰਸ਼ਨਾਂ ਦੀ। ਉਦਾਹਰਣ ਹੈ ਪਤਨੀ ਦੀ। ਮੈਂ ਅੱਗੇ ਵੀ ਕਈ ਵਾਰ ਇਹ ਗੱਲ ਸਾਂਝੀ ਕੀਤੀ ਹੈ ਕਿ ਸਤਿਗੁਰ ਨੇ ਕਈ ਵਾਰ ਆਪਣੀ ਗੱਲ ਕਹਿਣ ਦੇ ਲਈ ਉਦਾਹਰਣ ਵਰਤੀ ਹੈ, ਕਿਉਂਕਿ ਉਦਾਹਰਣ ਦੇ ਰਾਹੀਂ ਸਾਨੂੰ ਗੱਲ ਸੌਖੀ ਤੇ ਸੁਖੈਨ ਸਮਝ ਆਉਂਦੀ ਹੈ, ਬੜੀ ਸੌਖੀ ਸਮਝ ਆਉਂਦੀ ਹੈ। ਜਿਵੇਂ ਹੁਣ ਇੱਕ ਸ਼ਬਦ ਦਾਸ ਨੇ ਤੁਹਾਡੇ ਸਾਹਮਣੇ ਪੜ੍ਹਿਆ ਸੀ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਬਿਹਾਤ ਹੈ ਫੂਟੇ ਘਟ ਜਿਉ ਪਾਣੀ। ਘਟ ਕਹਿੰਦੇ ਨੇ ਘੜੇ ਨੂੰ। ਜਿਨ੍ਹਾਂ ਦਿਨਾਂ 'ਚ ਬਾਣੀ ਲਿਖੀ ਗਈ ਸਾਡੇ ਘਰਾਂ ਦੇ ਵਿੱਚ ਘੜਿਆਂ ਦੀ ਲੈਣ ਹੁੰਦੀ ਸੀ। ਘਰ ਦਾ ਪਾਣੀ ਘੜਿਆਂ 'ਚ ਹੁੰਦਾ ਸੀ, ਘਰ ਦਾ ਆਟਾ ਅਨਾਜ ਜੋ ਵੀ ਘਰ ਵਿੱਚ ਖਾਣ ਵਾਲੀ ਵਸਤੂ ਹੁੰਦੀ ਸੀ ਸਾਰਾ ਕੁਝ ਘੜਿਆਂ 'ਚ ਹੁੰਦਾ ਸੀ। ਤੇ ਕਈ ਵਾਰ ਕੀ ਹੋਣਾ, ਘੜੇ ਨੂੰ ਠੋਕਰ ਲੱਗ ਜਾਣੀ ਤੇ ਉਹਦੇ ਵਿੱਚੋਂ ਜੋ ਸਮਾਨ ਪਾਣੀ ਰੂਪ 'ਚ ਪਾਇਆ ਉਹ ਧੀਰੇ ਧੀਰੇ ਰਿਸ ਕੇ ਜਿਹੜਾ ਹੈ ਖਤਮ ਹੋ ਜਾਣਾ। ਸਤਿਗੁਰ ਨੇ ਉਹਦੀ ਉਦਾਹਰਣ ਦਿੱਤੀ ਹੈ, ਕਹਿੰਦੇ ਤੇਰੀ ਉਮਰ ਇਉਂ ਖਤਮ ਹੋ ਰਹੀ ਹੈ ਜਿਵੇਂ ਘੜਾ ਟੁੱਟ ਗਿਆ, ਤਰੇੜ ਆ ਗਈ ਹੈ ਤੇ ਧੀਰੇ ਧੀਰੇ ਉਹਦੇ ਵਿੱਚੋਂ ਪਾਣੀ ਤੁਬਕਾ ਤੁਬਕਾ ਕਰਕੇ ਖਤਮ ਹੋ ਰਿਹਾ ਹੈ। ਉਦਾਹਰਣ ਵੇਖੋ ਕਿੱਡੇ ਬਾ ਕਮਾਲ ਹੈ। ਸਤਿਗੁਰੂ ਜੀ ਕਹਿੰਦੇ ਨੇ ਛਿਨ ਛਿਨ ਔਦ ਬਿਹਾਤ ਹੈ ਫੂਟੇ ਘਟ ਜਿਉ ਪਾਣੀ। ਹੁਣ ਇੱਥੇ ਮਸਲਾ ਘੜੇ ਦਾ ਨਹੀਂ ਹੈ, ਮਸਲਾ ਸਾਡੀ ਉਮਰ ਦਾ ਹੈ। ਪਰ ਉਸ ਗੱਲ ਨੂੰ ਸਮਝਾਉਣ ਵਾਸਤੇ ਸਤਿਗੁਰੂ ਨੇ ਉਦਾਹਰਨ ਘੜੇ ਦੀ ਲਈ, ਕਿਉਂਕਿ ਘੜੇ ਅਸੀਂ ਘਰ 'ਚ ਵਰਤਦੇ ਸਾਂ। ਟੁੱਟਾ ਹੋਇਆ ਘੜਾ ਅਸੀਂ ਆਪਣੇ ਘਰਾਂ 'ਚ ਵੇਖਿਆ ਸੀ, ਉਹਦੇ ਵਿੱਚੋਂ ਰਿਸਦਾ ਹੋਇਆ ਪਾਣੀ, ਉਹਦੇ 'ਚੋਂ ਖਤਮ ਹੁੰਦਾ ਪਾਣੀ ਅਸੀਂ ਘਰਾਂ 'ਚ ਤੱਕਿਆ ਸੀ। ਇਵੇਂ ਸਤਿਗੁਰੂ ਜੀ ਇੱਥੇ ਉਦਾਹਰਨ ਪਤਨੀ ਦੀ ਲੈਂਦੇ ਹਨ ਕਿ ਜਿਵੇਂ ਇੱਕ ਵਿਆਹੁਤਾ ਔਰਤ ਜਿਸ ਦਾ ਪਰਤਾ ਨੂੰ ਛੱਡ ਕੇ ਘਰ ਦੇ ਰੁਜ਼ਗਾਰ ਦੇ ਲਈ, ਘਰ ਦੀ ਕਿਰਤ ਦੇ ਲਈ ਕਿਤੇ ਦੂਰ ਚਲਾ ਗਿਆ ਤੇ ਪਰਤ ਕੇ ਵਾਪਸ ਨਹੀਂ ਆਇਆ, ਤੇ ਘਰ ਵਾਲੀ ਉਸ ਨੂੰ ਘਰ ਦੇ ਵਿੱਚ ਖੜੀ ਹੋ ਕੇ ਤੱਕਦੀ ਹੈ ਕਿ ਸਮਾਂ ਬੜਾ ਹੋ ਗਿਆ, ਵਾਪਸ ਮੁੜ ਕੇ ਕਿਉਂ ਨਹੀਂ ਆਇਆ, ਪਰਤ ਕੇ ਕਿਉਂ ਨਹੀਂ ਆਇਆ। ਗੁਰਦੇਵ ਨੇ ਬਚਨ ਕਿਹਾ, ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ, ਘਰ ਆਪਨੜੈ ਖੜੀ ਤਕਾਂ ਮੈਂ ਮਨ ਚਾਓ ਕਨੇਰਾ ਰਾਮ। ਮੇਰੇ ਮਨ 'ਚ ਬੜਾ ਚਾਅ ਹੈ ਕਿ ਕਿਤੇ ਤੂੰ ਆ ਜਾਏ ਤੇ ਮੈਂ ਤੇਰੇ ਦਰਸ਼ਨ ਕਰ ਲਵਾਂ। ਮੁੱਖ ਦੀ ਗੱਲ ਇੱਥੇ ਹੈ ਕਿ ਸਤਿਗੁਰ ਨੇ ਬਾਣੀ ਵਿੱਚ ਪਰਮੇਸ਼ਰ ਦੇ ਦਰਸ਼ਨਾਂ ਦੀ ਉਮੰਗ ਤਾਂਘ ਬੜੇ ਸ਼ਬਦਾਂ ਦੇ ਵਿੱਚ ਲਿਖੀ ਹੈ। ਦੋ ਚੀਜ਼ਾਂ ਦੇ ਦਰਸ਼ਨ ਕਰਨ ਦੀ ਗੱਲ ਬਾਣੀ 'ਚ ਬੜੀ ਵਾਰ ਆਈ ਹੈ। ਦੋ ਚੀਜ਼ਾਂ ਦੇ, ਇੱਕ ਪਰਮੇਸ਼ਰ ਦੇ ਤੇ ਦੂਜਾ ਗੁਰੂ ਦੇ। ਦੋ ਚੀਜ਼ਾਂ ਦਾ ਦਰਸ਼ਨ ਕਰਨ ਲਈ ਬਾਣੀ ਵਾਰ-ਵਾਰ ਪ੍ਰੇਰਿਤ ਕਰਦੀ ਹੈ, ਇੱਕ ਪਰਮੇਸ਼ਰ ਦੇ ਤੇ ਇੱਕ ਗੁਰੂ ਦੇ। ਗੁਰੂ ਦੇ ਦਰਸ਼ਨਾਂ ਬਾਰੇ ਵੀ ਬਾਣੀ 'ਚ ਬਚਨ ਆਉਂਦਾ ਹੈ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚਿਹਰੇ। ਵਾਰ-ਵਾਰ ਜ਼ਿਕਰ ਆਏਗਾ। ਇੱਕ ਥਾਂ ਤੇ ਇਸ ਤਰ੍ਹਾਂ ਦਾ ਵੀ ਜ਼ਿਕਰ ਆਉਂਦਾ ਹੈ, ਸਤਿਗੁਰੂ ਜੀ ਇੱਕ ਬਚਨ ਲਿਖਦੇ ਹਨ, ਕਹਿੰਦੇ ਇੱਕ ਘੜੀ ਨਾ ਮਿਲਤੇ, ਕਿਤੇ ਇੱਕ ਘੜੀ ਲਈ ਵੀ ਤੇਰੇ ਦਰਸ਼ਨ ਮੈਨੂੰ ਨਾ ਹੋਣ। ਇੱਕ ਘੜੀ ਕਿੰਨੇ ਚਿਰ ਦੀ ਹੁੰਦੀ ਹੈ?
ਘੜੀ ਦਾ ਮਤਲਬ ਟਾਈਮ ਪੀਸ ਨਹੀਂ, ਘੜੀ ਦਾ ਮਤਲਬ ਹੈ ਉਹਨਾਂ ਜ਼ਮਾਨਿਆਂ 'ਚ ਜਦੋਂ ਬਾਣੀ ਲਿਖੀ ਗਈ ਸੀ, ਸਮੇਂ ਨੂੰ ਮਾਪਣ ਦਾ ਇੱਕ ਪੈਮਾਨਾ। ਜਿਵੇਂ ਅੱਜ ਆਪਾਂ ਕਿਸੇ ਨੂੰ ਕਹਿਣਾ ਹੋਵੇ ਕਿ 1 ਘੰਟਾ ਹੋ ਗਿਆ, ਤੇ 1 ਘੰਟਾ ਦਾ ਮਤਲਬ ਹੈ 60 ਮਿੰਟ ਹੋ ਗਏ। ਉਹਦਾ ਭਾਵ ਇਹ ਹੈ। ਇਵੇਂ ਸਾਡੇ ਬਜ਼ੁਰਗ ਕਹਿੰਦੇ ਸਨ 1 ਘੜੀ ਹੋ ਗਈ। 1 ਘੜੀ ਦਾ ਮਤਲਬ ਹੈ ਜਿਹਨੂੰ ਦਾਨੇ ਸੱਜਣਾ ਨੇ ਵੰਡਿਆ ਹੈ ਮਿੰਟਾਂ ਦੇ ਹਿਸਾਬ ਨਾਲ 24 ਮਿੰਟ। 24 ਮਿੰਟ ਭਾਵ 24 ਮਿੰਟਾਂ ਦੀ ਇੱਕ ਘੜੀ ਹੁੰਦੀ ਸੀ। ਜਿਵੇਂ ਬਾਣੀ 'ਚ ਪਹਿਰਾਂ ਦਾ ਜ਼ਿਕਰ ਆਉਂਦਾ, 8 ਪਹਿਰ, 8 ਪਹਿਰ ਆਰਾਧੀ ਹੈ। 8 ਪਹਿਰ ਦਾ ਭਾਵ ਹੈ 4 ਪਹਿਰ ਦਿਨ ਦੇ ਤੇ 4 ਪਹਿਰ ਰਾਤ ਦੇ। ਇੱਕ ਪਹਿਰ 3 ਘੰਟਿਆਂ ਦਾ ਹੈ। ਮੰਨ ਲਓ ਜੇ ਬਾਣੀ 'ਚ ਜ਼ਿਕਰ ਆਉਂਦਾ ਹੈ ਨਾ 4 ਪਹਿਰ, ਤੇ 4 ਪਹਿਰ ਦਾ ਮਤਲਬ ਹੁੰਦਾ ਹੈ 12 ਘੰਟੇ। ਤੇ ਜੇ 8 ਪਹਿਰ ਦਾ ਜ਼ਿਕਰ ਆ ਗਿਆ ਤੇ 8 ਪਹਿਰ ਦਾ ਮਤਲਬ ਹੁੰਦਾ 24 ਘੰਟੇ। ਇਹ ਸਮੇਂ ਦੇ ਪੈਮਾਨੇ ਸਨ। ਇਹਨਾਂ ਨੂੰ ਸਮਝਣ ਲਈ ਸਾਨੂੰ ਅੱਜ ਦੇ ਹਿਸਾਬ ਨਾਲ ਸਮਝਣਾ ਪਏਗਾ। ਸੋ ਮੈਂ ਬਚਨ ਸਾਂਝਾ ਕਰ ਰਿਹਾ ਸਾਂ। ਗੁਰੂ ਸਾਹਿਬ ਕਹਿੰਦੇ ਇੱਕ ਘੜੀ ਤੇਰੇ ਦਰਸ਼ਨ ਨਾ ਹੋਣ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲੇ ਪ੍ਰੈ ਤੁਧ ਭਗਵੰਤਾ, ਮੋਹੇ ਨੀਂਦ ਨਾ ਆਵੇ ਰੈਣ ਨਾ ਵਿਹਾਵੇ। ਮੈਨੂੰ ਨੀਂਦ ਨਹੀਂ ਆ ਰਹੀ, ਦਿਨੇ ਸਾਰੀ ਦਿਹਾੜੀ ਮੈਂ ਤੇਰੇ ਦਰਸ਼ਨਾਂ ਦੀ ਤਾਂਘ 'ਚ ਤੜਫਦੀ ਰਹੀ ਹਾਂ, ਰਾਤ ਨੂੰ ਵੀ ਚੈਨ ਨਹੀਂ ਪਿਆ। ਮੋਹੇ ਨੀਂਦ ਨਾ ਆਵੇ ਰੈਣ ਨਾ ਵਿਹਾਵੇ, ਮੇਰੀ ਰਾਤ ਨਹੀਂ ਲੰਘ ਰਹੀ, ਰਾਤ ਲੰਮੀ ਹੋ ਗਈ ਹੈ। ਸੋ ਬਾਣੀ ਵਿੱਚ ਵਾਹਿਗੁਰੂ ਦੇ ਦਰਸ਼ਨਾਂ ਦੀ ਤਾਂਘ ਨੂੰ ਤੇ ਗੁਰੂ ਦੇ ਦਰਸ਼ਨਾਂ ਦੀ ਤਾਂਘ ਨੂੰ ਅਲੱਗ-ਅਲੱਗ ਥਾਵਾਂ ਤੇ ਸਤਿਗੁਰ ਨੇ ਦੱਸਿਆ। ਇਤਿਹਾਸ ਵਿੱਚ ਵੀ ਕੁਝ ਸਾਖੀਆਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਸਾਡੇ ਗੁਰੂ ਸਾਹਿਬ ਸਰੀਰ ਕਰਕੇ ਇੱਥੇ ਮੌਜੂਦ ਸਨ, ਧਰਤੀ ਤੇ ਮੌਜੂਦ ਸਨ, ਤਾਂ ਬਹੁਤ ਸਾਰੇ ਸਿੱਖ ਉਹਨਾਂ ਦੇ ਦਰਸ਼ਨਾਂ ਨੂੰ ਆਇਆ ਕਰਦੇ ਸਨ। ਤੇ ਕਈ ਵਾਰੀ ਐਸਾ ਸਬਬ ਬਣਨਾ ਕਿ ਜਿਹੜੇ ਕਰਨੀ ਵਾਲੇ ਸਿੱਖ ਸਨ ਉਹਨਾਂ ਨੂੰ ਸਮਾਂ ਨਾ ਲੱਗਣਾ ਆਪਣੀ ਕਿਰਤਕਾਰ ਵਿੱਚੋਂ, ਤੇ ਲੰਮਾ ਸਮਾਂ ਹੋ ਜਾਣਾ, ਉਹ ਗੁਰੂ ਮਹਾਰਾਜ ਦੇ ਦਰਸ਼ਨ ਨਾ ਕਰ ਸਕਣ ਜਾਂ ਕਰ ਸਕੇ। ਤਾਂ ਉਹਨਾਂ ਦੇ ਬਾਰੇ ਜ਼ਿਕਰ ਆਉਂਦਾ ਹੈ ਕਿ ਉਹ ਬੜੇ ਤੜਫਦੇ ਹੁੰਦੇ ਸਨ ਕਿ ਇੰਨਾ ਸਮਾਂ ਹੋ ਗਿਆ ਹੈ, ਸਤਿਗੁਰੂ ਦੇ ਦਰਸ਼ਨ ਨਹੀਂ ਹੋਏ। ਹੇ ਵਾਹਿਗੁਰੂ, ਕੋਈ ਸਬਬ ਬਣਾ ਤੇ ਮੈਨੂੰ ਗੁਰੂ ਦੇ ਦਰਸ਼ਨ ਹੋਣ। ਇਸ ਤਰ੍ਹਾਂ ਦੀਆਂ ਸਾਖੀਆਂ ਵੀ ਸਾਡੇ ਇਤਿਹਾਸ ਵਿੱਚ ਆਉਂਦੀਆਂ। ਖੈਰ, ਆਪਾਂ ਅੱਜ ਦੇ ਸ਼ਬਦ ਵੱਲ ਆਈਏ। ਅੱਜ ਦੇ ਸ਼ਬਦ ਵਿੱਚ ਸਤਿਗੁਰ ਨੇ ਇਹ ਸਾਡੇ ਸਾਹਮਣੇ ਰੱਖਿਆ ਹੈ ਕਿ ਮੇਰੇ ਮਨ 'ਚ ਚਾਅ ਹੈ ਕਿ ਮੈਂ ਵਾਹਿਗੁਰੂ ਦੇ ਦਰਸ਼ਨ ਕਰਾਂ। ਆਵੋ ਸੱਜਣਾ ਹੋ ਦੇਖਾਂ ਦਰਸ਼ਨ ਤੇਰਾ ਰਾਮ, ਘਰ ਆਪਨੜੇ ਖੜੀ ਤਕਾਂ ਮੈਂ ਮਨ ਚਾਓ ਕਨੇਰਾ ਰਾਮ। ਮੈਂ ਇਸ ਸਰੀਰ ਰੂਪੀ ਘਰ ਵਿੱਚ ਖੜੀ ਹੋ ਕੇ ਤੱਕ ਰਹੀ ਹਾਂ। ਮੇਰੇ ਮਨ 'ਚ ਚਾਹ ਹੈ ਕਿ ਇਹ ਵਾਹਿਗੁਰੂ ਤੇਰੇ ਦਰਸ਼ਨ ਹੋ ਜਾਣ। ਮਨ ਚਾਓ ਕਨੇਰਾ ਸੁਣ ਪ੍ਰਭ ਮੇਰਾ, ਮੇਰੇ ਮਨ ਵਿੱਚ ਚਾਹ ਹੈ ਹੇ ਮੇਰੇ ਪ੍ਰਭੂ ਮੇਰੀ ਇਹ ਗੱਲ ਸੁਣ ਕਿ ਮੈਂ ਤੇਰਾ ਪ੍ਰਵਾਸਾ। ਪ੍ਰਵਾਸਾ ਕਹਿੰਦੇ ਨੇ ਯਕੀਨ ਨੂੰ, ਭਰੋਸੇ ਨੂੰ, ਵਿਸ਼ਵਾਸ ਨੂੰ। ਹੇ ਵਾਹਿਗੁਰੂ, ਮੇਰਾ ਤੇਰੇ ਤੇ ਹੀ ਭਰੋਸਾ ਹੈ, ਤੇਰੇ ਤੇ ਹੀ ਯਕੀਨ ਹੈ, ਤੇਰੇ ਤੇ ਹੀ ਵਿਸ਼ਵਾਸ ਹੈ। ਮੈਨੂੰ ਆਪਣੇ ਦਰਸ਼ਨ ਇੱਕ ਵਾਰ ਦੇ, ਇੱਕ ਵਾਰ ਕਰਵਾ। ਦਰਸ਼ਨ ਦੇਖ ਭਈ ਨੇ ਕੇਵਲ ਜਨਮ ਮਰਨ ਦੁੱਖ ਨਾਸਾ। ਮੈਂ ਤੇਰੇ ਦਰਸ਼ਨਾਂ ਦੀ ਮੰਗ ਕਿਉਂ ਕਰ ਰਹੀ ਹਾਂ? ਕਾਹਦੇ ਲਈ? ਇਹਦੇ ਪਿੱਛੇ ਮਕਸਦ ਕੀ ਹੈ? ਇਹਦੇ ਪਿੱਛੇ ਮੇਰਾ ਮੁੱਖ ਪ੍ਰਯੋਜਨ ਕੀ ਹੈ? ਮੈਂ ਇਸ ਕਰਕੇ ਨਹੀਂ ਤੇਰੇ ਦਰਸ਼ਨਾਂ ਦੀ ਮੰਗ ਕਰ ਰਹੀ ਕਿ ਮੈਂ ਦੇਖਣਾ ਕਿ ਤੂੰ ਕਿਵੇਂ ਦਾ ਹੈ, ਨਹੀਂ। ਮੈਂ ਇਸ ਕਰਕੇ ਮੰਗ ਕਰ ਰਹੀ ਹਾਂ, ਗੁਰਦੇਵ ਕਹਿੰਦੇ ਨੇ ਦਰਸ਼ਨ ਦੇਖ ਭਈ ਨਿਹ ਕੇਵਲ। ਨਿਹ ਕੇਵਲ ਕਹਿੰਦੇ ਨੇ ਜਿਹੜੀ ਪਵਿੱਤਰ ਹੋ ਗਈ ਹੈ, ਪਾਵਨ ਹੋ ਗਈ ਹੈ, ਮੈਲ ਤੋਂ ਰਹਿਤ ਹੋ ਗਈ। ਹੇ ਵਾਹਿਗੁਰੂ, ਜਿਹਨੂੰ ਤੇਰੇ ਦਰਸ਼ਨ ਹੋ ਜਾਂਦੇ ਨੇ ਨਾ, ਉਹ ਆਤਮਿਕ ਤੌਰ ਤੇ ਪਵਿੱਤਰ ਤੇ ਨਿਰਮਲ ਤੇ ਪਾਕ ਹੋ ਜਾਂਦਾ ਹੈ। ਉਹਦੇ ਅੰਦਰ ਦੇ ਐਬ ਗਵਾਚ ਜਾਂਦੇ ਨੇ, ਉਹਦੇ ਗੁਨਾਹ ਗਵਾਚ ਜਾਂਦੇ ਨੇ। ਬਾਣੀ 'ਚ ਜ਼ਿਕਰ ਹੈ,
ਬਾਣੀ 'ਚ ਜ਼ਿਕਰ ਆਉਂਦਾ ਹੈ ਕਿ ਜਿਨ੍ਹਾਂ ਨੇ ਵਾਹਿਗੁਰੂ ਦੇ ਦਰਸ਼ਨ ਕੀਤੇ ਨੇ ਉਹ ਬੜੇ ਪਾਕ ਨੇ, ਬੜੇ ਪਵਿੱਤਰ ਨੇ। ਸ਼ਾਇਦ ਤੁਸੀਂ ਉਹ ਬਚਨ ਸੁਣਿਆ ਹੋਵੇਗਾ ਗੁਰੂ ਸਾਹਿਬ ਜੀ ਦਾ, ਜਿੱਥੇ ਉਹ ਜ਼ਿਕਰ ਕਰਦੇ ਨੇ, ਕਹਿੰਦੇ ਨੇ ਜਿਨ੍ਹਾਂ ਨੇ ਵਾਹਿਗੁਰੂ ਦੇ ਦਰਸ਼ਨ ਕੀਤੇ ਨੇ, ਜੇ ਕਿਤੇ ਉਹ ਸੱਜਣ ਮੈਨੂੰ ਮਿਲ ਜਾਣ ਤੇ ਮੈਂ ਉਹਨਾਂ ਦੇ ਪੈਰਾਂ ਦੀ ਧੂੜੀ, ਪੈਰਾਂ ਦੀ ਖਾਕ ਚੁੱਕ ਕੇ ਮੱਥੇ ਤੇ ਲਾਵਾਂ। ਹੁਣ ਆਪ ਸੋਚ ਲਓ, ਆਪ ਅੰਦਾਜ਼ਾ ਲਗਾਓ ਕਿ ਗੁਰੂ ਸਾਹਿਬ, ਸਾਡੇ ਗੁਰੂ ਸਾਹਿਬ ਉਹਨਾਂ ਬੰਦਿਆਂ ਦੇ ਪ੍ਰਥਾਏ ਇਹ ਬਚਨ ਕਹਿੰਦੇ ਨੇ, ਜਿਨ੍ਹਾਂ ਨੇ ਵਾਹਿਗੁਰੂ ਦੇ ਦਰਸ਼ਨ ਕੀਤੇ ਨੇ ਉਹਨਾਂ ਦੇ ਪੈਰਾਂ ਦੀ ਧੂੜ ਚੁੱਕ ਕੇ ਮੈਂ ਆਪਣੇ ਮੱਥੇ ਨੂੰ ਲਾਵਾਂ। ਬਚਨ ਫਿਰ ਸਾਂਝਾ ਕਰ ਦਵਾਂ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾਂ ਨਾਮ ਜਪਾਵੇ। ਇਹਦਾ ਮਤਲਬ ਹੈ ਜਿਨਨੇ ਦਰਸ਼ਨ ਕੀਤੇ ਨੇ ਉਹ ਦਰਸ਼ਨ ਕਰਨ ਵਾਲਾ ਵੀ ਬੜਾ ਮਹਾਨ ਹੈ, ਕੋਈ ਆਮ ਬੰਦਾ ਨਹੀਂ, ਕੋਈ ਆਮ ਨਹੀਂ। ਬਾਬਾ ਕਬੀਰ ਸਾਹਿਬ ਨੂੰ ਨੀਵੀਂ ਜਾਤ ਵਿੱਚ ਪੈਦਾ ਹੋਣ ਕਰਕੇ ਸਾਰੇ ਜਾਣੇ ਕਹਿੰਦੇ ਸਨ ਕਿ ਇਹ ਜੁਲਾਹਾ ਹੈ, ਇਹ ਨੀਚ ਹੈ, ਇਹ ਮਾੜੀ ਜਾਤ ਵਾਲਾ ਹੈ। ਪਰ ਬਾਬਾ ਕਬੀਰ ਸਾਹਿਬ ਨੇ ਛਾਤੀ ਠੋਕ ਕੇ ਆਪਣੀ ਬਾਣੀ ਵਿੱਚ ਇਹ ਗੱਲ ਕਹੀ। ਉਹ ਕਹਿੰਦੇ ਕਿ ਤੁਹਾਡੇ ਅਨੁਸਾਰ ਮੈਂ ਨੀਵਾਂ ਹੋ ਸਕਦਾ, ਨੀਚ ਹੋ ਸਕਦਾ, ਪਰ ਜਰਾ ਮੈਨੂੰ ਪੁੱਛ ਕੇ ਵੇਖੋ ਮੈਂ ਕਿਸ ਅਵਸਥਾ ਵਿੱਚ ਤੇ ਕਿਹੜੇ ਹਾਲ 'ਚ ਗੁਜ਼ਰ ਰਿਹਾ। ਉਹਨਾਂ ਨੇ 2 ਬਚਨ ਲਿਖੇ ਆਪਣੀ ਬਾਣੀ 'ਚ। ਇੱਕ ਲਿਖਿਆ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ। ਹਸਨੇ ਹਾਰ ਦਾ ਮਤਲਬ ਹੁੰਦਾ ਮਜ਼ਾਕ ਕਰਦੇ ਸਨ, ਮੈਨੂੰ ਸਾਰੇ ਮਜ਼ਾਕ ਕਰਦੇ ਸਨ ਕਿ ਇਹ ਜਲਾਹ ਇਹ ਕੰਮ ਕਰੇਗਾ, ਇਹਦੇ ਵੱਸ ਦਾ ਨਹੀਂ। ਪਰ ਉਹਨਾਂ ਨੇ ਇਸ ਗੱਲ ਤੇ ਮਾਣ ਮਹਿਸੂਸ ਕੀਤਾ ਤੇ ਇਹ ਗੱਲ ਆਪਣੀ ਬਾਣੀ 'ਚ ਲਿਖੀ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਬਲਿਹਾਰੀ ਇਹ ਜਾਤ ਕੋ ਜੇ ਜਪਿਓ ਸਿਰਜਣ ਹਾਰ। ਕਹਿੰਦੇ ਮੈਂ ਕੁਰਬਾਨ ਜਾਨਾ ਕਿ ਇਸ ਤੁਹਾਡੇ ਮੁਤਾਬਕ ਨੀਵੀਂ ਜਾਤ ਵਿੱਚ ਪੈਦਾ ਹੋ ਕੇ ਮੈਂ ਉਸ ਪਰਮੇਸ਼ਰ ਦੇ ਦਰਸ਼ਨ ਕੀਤੇ ਹਨ। ਕੱਲੇ ਦਰਸ਼ਨ ਨਹੀਂ ਕੀਤੇ, ਉਹਨਾਂ ਨੇ ਇੱਥੋਂ ਤੱਕ ਕਿਹਾ ਆਪਣੀ ਬਾਣੀ 'ਚ, ਕਹਿੰਦੇ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਲੋਕੀ ਰੱਬ ਦੇ ਪਿੱਛੇ ਤੁਰੇ ਫਿਰਦੇ ਸਨ, ਇੱਥੇ ਰੱਬ ਕਬੀਰ ਦੇ ਪਿੱਛੇ ਤੁਰਿਆ ਫਿਰਦਾ। ਇਹ ਮੈਂ ਬਚਨ ਇਸ ਕਰਕੇ ਸਾਂਝਾ ਕੀਤਾ, ਬਾਣੀ ਵਿੱਚ ਜ਼ਿਕਰ ਆਉਂਦਾ ਹੈ, ਕਹਿੰਦੇ ਜਿਨ੍ਹਾਂ ਨੇ ਉਹਦੇ ਦਰਸ਼ਨ ਕੀਤੇ ਨੇ ਉਹ ਪਾਕ ਤੇ ਪਵਿੱਤਰ ਹੋ ਗਏ। ਕਿੰਨੇ ਕੁ ਪਵਿੱਤਰ ਹੋ ਗਏ ਤੁਸੀਂ ਆਪ ਅੰਦਾਜ਼ਾ ਲਾ ਲਓ। ਕਬੀਰ ਸਾਹਿਬ ਨੇ ਦਰਸ਼ਨ ਕੀਤੇ ਤਾਂ ਕਬੀਰ ਸਾਹਿਬ ਨੇ ਆਪਣੇ ਬਚਨਾਂ 'ਚ ਕਿਹਾ, ਕਹਿਣ ਲੱਗੇ ਪਾਛੈ ਲਾਗੋ ਹਰ ਫਿਰੈ। ਲੋਕ ਰੱਬ ਦੇ ਮਗਰ ਭੱਜੇ ਫਿਰਦੇ ਨੇ, ਇੱਥੇ ਰੱਬ ਕਬੀਰ ਦੇ ਮਗਰ ਭੱਜਿਆ ਫਿਰਦਾ। ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਜਿਵੇਂ ਆਪਾਂ ਕਿਸੇ ਦੇ ਪਿੱਛੇ ਤੁਰੇ ਜਾਈਏ ਤੇ ਉਹ ਸਾਡੇ ਵੱਲ ਮੂੰਹ ਨਾ ਕਰੇ ਤੇ ਆਪਾਂ ਆਵਾਜ਼ ਮਾਰਦੇ, ਉਹ ਭਾਈ ਉਹ ਸਾਡੀ ਗੱਲ ਸੁਣ ਕੇ ਜਾਈ। ਆਪਾਂ ਪਿੱਛੋਂ ਕਹਿੰਦੇ ਆ ਨਾ ਆਵਾਜ਼ ਮਾਰ ਕੇ, ਉਹ ਫਲਾਣਿਆ ਮੇਰੀ ਗੱਲ ਸੁਣ ਕੇ ਜਾਈ। ਕਹਿੰਦੇ ਐਵੇਂ ਰੱਬ ਕਬੀਰ ਨੂੰ ਆਵਾਜ਼ਾਂ ਮਾਰਿਆ, ਕਬੀਰ ਉਹ ਕਬੀਰ ਮੇਰੀ ਗੱਲ ਸੁਣੀ। ਇਹਦਾ ਮਤਲਬ ਹੈ ਕੋਈ ਖਾਸ ਗੱਲ ਹੈ ਉਹਦੇ ਦਰਸ਼ਨਾਂ 'ਚ। ਸੋ ਉਹਨਾਂ ਦਰਸ਼ਨਾਂ 'ਚ ਖਾਸ ਗੱਲ ਕੀ ਹੈ, ਜਿਹੜਾ ਇੱਥੇ ਆਖਿਆ ਗਿਆ ਨਾ ਕਿ ਆਵੋ ਸੱਜਣਾ ਹੋ ਦੇਖਾਂ ਦਰਸ਼ਨ ਤੇਰਾ ਰਾਮ। ਤੇਰੇ ਦਰਸ਼ਨ ਕਿਉਂ ਕਰਾਂ, ਮੇਰੇ ਮਨ 'ਚ ਚਾਹ ਹੈ ਤੇਰੇ ਦਰਸ਼ਨਾਂ ਦਾ। ਕਿਉਂ? ਕਿਉਂਕਿ ਮੈਨੂੰ ਪਤਾ ਹੈ ਦਰਸ਼ਨ ਦੇਖ ਪਈ ਨੇਕੇ। ਤੇਰੇ ਦਰਸ਼ਨ ਦੇਖ ਕੇ ਮੈਂ ਪਾਕ ਤੇ ਪਵਿੱਤਰ ਹੋ ਗਈ। ਜਨਮ ਮਰਨ ਦੁੱਖ ਨਾਸਾ। ਮੇਰਾ ਜਨਮ ਦਾ ਤੇ ਮਰਨ ਦਾ ਜਿਹੜਾ ਦੁੱਖ ਸੀ ਨਾ, ਮੈਂ ਅੱਗੇ ਵੀ ਕਈ ਵਾਰ ਜ਼ਿਕਰ ਕੀਤਾ, ਬਾਣੀ ਵਿੱਚ ਜਨਮ ਤੇ ਮਰਨ ਕਈ ਤਰ੍ਹਾਂ ਦਾ ਹੈ ਜੀ। ਇੱਕ ਤਰ੍ਹਾਂ ਦਾ ਜਨਮ ਮਰਨ ਨਹੀਂ ਹੈ। ਅਸੀਂ ਬਹੁਤੀ ਵਾਰ ਜਨਮ ਮਰਨ ਦੇ ਭਾਵ ਇਹੀ ਸਮਝਦੇ ਹਾਂ ਬੰਦੇ ਦਾ ਸਰੀਰ ਕਰਕੇ ਜੰਮਣਾ ਤੇ ਸਰੀਰ ਕਰਕੇ ਮਰ ਜਾਣਾ। ਕਿਉਂਕਿ ਅਸੀਂ ਅੱਖਾਂ ਨਾਲ ਇਹੀ ਦੇਖਿਆ, ਅਸੀਂ ਬੰਦੇ ਅੱਖਾਂ ਨਾਲ ਜੰਮਦੇ ਵੇਖੇ ਨੇ ਤੇ ਅੱਖਾਂ ਨਾਲ ਮਰਦੇ ਦੇਖੇ ਨੇ। ਅਸੀਂ ਇਸ ਕਰਕੇ ਬਹੁਤੀ ਵਾਰ ਇਹਦਾ ਭਾਵ ਇਹੀ ਲੈਂਦੇ ਹਾਂ। ਇਹ ਵੀ ਭਾਵ ਹੈ, ਬਾਣੀ 'ਚ ਇਹ ਵੀ ਭਾਵ ਹੈ ਜਨਮ ਤੇ ਮਰਨ ਦਾ। ਪਰ ਬਾਣੀ 'ਚ ਜਨਮ ਤੇ ਮਰਨ ਦੇ ਭਾਵ ਹੋਰ ਵੀ ਹਨ, ਉਹਨਾਂ ਨੂੰ ਵੀ ਦੇਖਣ ਦੀ ਕੋਸ਼ਿਸ਼ ਕਰੀਏ। ਉਹ ਕੀ ਹੈ? ਜਨਮ ਮਰਨ ਦਾ ਭਾਵ ਇਹ ਹੈ ਸਾਡੇ ਇੱਕ ਸੁਭਾਅ ਦਾ ਦੂਜੇ ਸੁਭਾਅ 'ਚ ਬਦਲ ਜਾਣਾ।
ਇਹਨੂੰ ਵੀ ਗੁਰਦੇਵ ਨੇ ਜਨਮ ਤੇ ਮਰਨ ਆਖਿਆ। ਮੰਨ ਲਓ ਮੇਰਾ ਸੁਭਾਅ ਸੰਤੋਖੀ ਹੈ ਤੇ ਇੱਕਦਮ ਮੇਰੇ ਅੰਦਰ, ਮੇਰੇ ਸੁਭਾਅ ਅੰਦਰ ਲਾਲਚ ਆ ਗਿਆ। ਗੁਰਦੇਵ ਇਹਨੂੰ ਕਹਿੰਦੇ ਨੇ ਕਿ ਤੇਰੇ ਅੰਦਰ ਉਹ ਸੰਤੋਖ ਮਰ ਗਿਆ ਤੇ ਲਾਲਚ ਜੰਮ ਗਿਆ। ਇਹ ਵੀ ਜਨਮ ਮਰਨ ਹੈ। ਮੇਰਾ ਸੁਭਾਅ ਸੱਚ ਵਾਲਾ ਹੈ ਪਰ ਇੱਕਦਮ ਮੇਰੇ ਸੁਭਾਅ 'ਚ ਝੂਠ ਆ ਗਿਆ। ਗੁਰਦੇਵ ਕਹਿੰਦੇ ਨੇ ਤੇਰੇ ਅੰਦਰੋਂ ਸੱਚ ਮਰ ਗਿਆ ਹੀ ਤੇ ਝੂਠ ਜੰਮ ਗਿਆ। ਇਹ ਵੀ ਜਨਮ ਮਰਨ ਹੈ। ਬਾਣੀ 'ਚ ਸਰੀਰ ਦੇ ਜਨਮ ਮਰਨ ਦੀ ਗੱਲ ਵੀ ਹੈ ਕਿ ਸਰੀਰ ਜੰਮਦਾ ਹੈ ਤੇ ਮਰਦਾ ਹੈ, ਪਰ ਇਹ ਇੱਕ ਵਾਰੀ ਹੈ। ਸਾਡਾ ਸਰੀਰ ਇੱਕ ਵਾਰੀ ਜੰਮਿਆ ਤੇ ਇੱਕੇ ਵਾਰੀ ਮਰੇਗਾ। ਪਰ ਜਿਹੜਾ ਸੁਭਾਅ ਹੈ ਹੋ ਸਕਦਾ ਇੱਕ ਦਿਹਾੜੀ 'ਚ ਹਜ਼ਾਰਾਂ ਵਾਰ ਜੰਮੇ ਤੇ ਹਜ਼ਾਰਾਂ ਵਾਰ ਮਰੇ। ਹੋ ਸਕਦਾ ਹਜ਼ਾਰਾਂ ਕੀ ਲੱਖਾਂ ਵਾਰ ਐਸਾ ਹੋ ਜਾਏ ਸਾਡਾ ਸੁਭਾਅ ਬਦਲਦਾ ਰਹੇ। ਇਹ ਬੜੀ ਤੇਜ਼ ਰਫ਼ਤਾਰ ਨਾਲ ਬਦਲਦਾ ਹੈ। ਬਾਣੀ 'ਚ ਜ਼ਿਕਰ ਆਉਂਦਾ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਪਰ ਧਨ ਪਰਤੀ ਨਿੰਦਾ ਪਰ ਅਪਵਾਦ ਨ ਛੂਟੈ। ਇਹ ਚਾਰ ਤਰ੍ਹਾਂ ਦੇ ਸੁਭਾਅ ਦਾ ਜ਼ਿਕਰ ਹੈ। ਪਰ ਤਨ ਕਹਿੰਦੇ ਨੇ ਸਰੀਰ ਨੂੰ, ਪਰਾਇਆ ਤਨ ਤੱਕਣਾ। ਪਰ ਧਨ ਪਰਾਇਆ ਧਨ ਤੱਕਣਾ, ਦੌਲਤ ਤੱਕਣੀ, ਕਿਸੇ ਦਾ ਹੱਕ ਮਾਰਨਾ। ਪਰਤੀ ਨਿੰਦਾ, ਪਰਾਈ ਨਿੰਦਾ ਕਰਨੀ। ਪਰ ਅਪਵਾਦ ਕਹਿੰਦੇ ਨੇ ਝਗੜਾ। ਇਹ ਚਾਰ ਤਰ੍ਹਾਂ ਦਾ ਸੁਭਾਅ ਮੰਨਿਆ ਬਾਬਾ ਕਬੀਰ ਸਾਹਿਬ ਨੇ। ਕਹਿੰਦੇ ਇਸ ਦੁਨੀਆ 'ਚ ਇਹ ਚਾਰ ਤਰ੍ਹਾਂ ਦਾ ਸੁਭਾਅ ਆਮ ਬੰਦੇ 'ਚ ਲੱਭ ਜਾਂਦਾ ਹੈ। ਕਦੀ ਕਿਸੇ ਦੇ ਵਿੱਚ ਪਰਾਏ ਤਨ ਵਾਲਾ ਹੈ, ਕਿਸੇ 'ਚ ਪਰਾਏ ਧਨ ਵਾਲਾ ਹੈ, ਕਿਸੇ 'ਚ ਪਰਾਈ ਨਿੰਦਾ ਵਾਲਾ ਹੈ ਤੇ ਕਿਸੇ 'ਚ ਝਗੜੇ ਵਾਲਾ ਹੈ। ਤੇ ਇਹ ਕਿੰਨੀ ਰਫ਼ਤਾਰ ਨਾਲ ਬਦਲਦਾ ਹੈ। ਕਹਿੰਦੇ ਪਰ ਧਨ ਪਰਤੀ ਨਿੰਦਾ ਪਰ ਅਪਵਾਦ ਨ ਛੂਟੈ। ਆਵਾਗਮਨ ਹੋਤ ਹੈ ਫੁਨ। ਆਵਾਗਮਨ ਦਾ ਮਤਲਬ ਹੁੰਦਾ ਆਉਣਾ ਤੇ ਜਾਣਾ, ਜੰਮਣਾ ਤੇ ਮਰਨਾ। ਤੇ ਫੁਨ ਦਾ ਮਤਲਬ ਹੈ ਜਿੰਨੀ ਦੇਰ ਤੱਕ ਅਸੀਂ ਅੱਖ ਬੰਦ ਕਰਦੇ ਹਾਂ ਤੇ ਖੋਲ੍ਹਦੇ ਹਾਂ। ਕਦੀ ਸ਼ੀਸ਼ੇ ਸਾਹਮਣੇ ਖੜੇ ਹੋ ਕੇ ਵੇਖੀਏ, ਸਾਡੀ ਅੱਖ ਆਪਣੇ ਆਪ ਹੀ ਬੰਦ ਹੁੰਦੀ ਹੈ ਤੇ ਆਪਣੇ ਆਪ ਹੀ ਖੁੱਲ੍ਹਦੀ ਹੈ, ਕੁਦਰਤੀ ਹੈ। ਕਹਿੰਦੇ ਜਿੰਨੀ ਦੇਰ ਤੱਕ ਅੱਖ ਬੰਦ ਹੁੰਦੀ ਹੈ ਤੇ ਖੁੱਲ੍ਹਦੀ ਹੈ, ਇੰਨੀ ਦੇਰ 'ਚ ਬੰਦੇ ਦਾ ਸੁਭਾਅ ਜੰਮ ਕੇ ਮਰ ਜਾਂਦਾ ਹੈ, ਬਦਲ ਜਾਂਦਾ ਹੈ। ਇਹ ਵੀ ਇੱਕ ਜਨਮ ਮਰਨ ਹੈ। ਬਾਣੀ 'ਚ ਇਸ ਜਨਮ ਮਰਨ ਦਾ ਬਹੁਤਾ ਜ਼ਿਕਰ ਆਉਂਦਾ ਹੈ। ਇਹ ਇੱਕ ਦੁੱਖ ਹੈ। ਇਹਨੂੰ ਗੁਰਬਾਣੀ ਨੇ ਦੁੱਖ ਮੰਨਿਆ ਕਿ ਬੰਦੇ ਦਾ ਇੱਕ ਸੁਭਾਅ ਨਾ ਰਹਿਣਾ, ਸੁਭਾਅ ਬਦਲ ਜਾਣਾ ਚੀਜ਼ਾਂ ਨੂੰ ਵੇਖ ਕੇ। ਇਹ ਦੁੱਖ ਹੈ। ਇਹਨੂੰ ਦੁੱਖ ਆਖਿਆ ਕਿ ਚੰਗਾ ਭਲਾ ਸੁਭਾਅ ਸੰਤੋਖੀ ਸੀਗਾ, ਮੈਂ ਕੋਈ ਇਹੋ ਜਿਹੀ ਚੀਜ਼ ਦੇਖੀ ਕਿ ਮੇਰਾ ਝੱਟ ਸੁਭਾਅ ਲਾਲਚੀ ਹੋ ਗਿਆ। ਗੁਰਦੇਵ ਕਹਿੰਦੇ ਦੁੱਖ ਹੈ। ਇਹਨੂੰ ਦੁੱਖ ਮੰਨਿਆ ਗੁਰਦੇਵ ਨੇ। ਤੋ ਕਹਿੰਦੇ ਜਦੋਂ ਹੇ ਵਾਹਿਗੁਰੂ ਤੇਰੇ ਦਰਸ਼ਨ ਹੋ ਜਾਣ ਤੇ ਇਹ ਜਿਹੜਾ ਸੁਭਾਅ ਕਰਕੇ ਜਨਮ ਤੇ ਮਰਨ ਦਾ ਦੁੱਖ ਹੈ ਨਾ, ਇਹ ਮਿਟ ਜਾਂਦਾ ਹੈ। ਦਰਸ਼ਨ ਦੇਖ ਪਈ ਨੇਹ ਕੇਵਲ ਜਨਮ ਮਰਨ ਦੁੱਖ ਨਾਸਾ। ਸੁਭਾਅ ਕਰਕੇ ਬਦਲਣ ਦਾ, ਜਨਮ ਤੇ ਮਰਨ ਦਾ ਦੁੱਖ ਜਿਹੜਾ ਹੈ ਉਹ ਦੂਰ ਹੋ ਜਾਂਦਾ ਹੈ। ਸਗਲੀ ਜੋਤ ਜਾਤਾ ਤੂੰ ਸੋਈ। ਸਗਲੀ ਜੋਤ, ਸਾਰਿਆਂ ਵਿੱਚ ਮੈਨੂੰ ਤੇਰੀ ਜੋਤੀ ਮਹਿਸੂਸ ਹੋ ਜਾਂਦੀ ਹੈ ਜਦੋਂ ਤੇਰੇ ਦਰਸ਼ਨ ਹੋ ਜਾਣ। ਮਿਲਿਆ ਭਾਏ ਸੁਭਾਏ, ਤੂੰ ਮੈਨੂੰ ਬੜੀ ਹੀ ਸਹਿਜਤਾ ਦੇ ਨਾਲ ਮਿਲ ਗਿਆ। ਨਾਨਕ ਸਾਜਨ ਕੋ ਬਲ ਜਾਈਐ। ਨਾਨਕ ਇਹ ਗੱਲ ਆਖਦਾ ਕਿ ਪਰਮੇਸ਼ਰ ਸੱਜਣ ਤੋਂ ਬਲਿਹਾਰ ਜਾਣਾ ਚਾਹੀਦਾ, ਕੁਰਬਾਨ ਜਾਣਾ ਚਾਹੀਦਾ। ਕਿਉਂ? ਨਾਨਕ ਸਾਜਨ ਕੋ ਬਲ ਜਾਈਐ ਸਾਚ ਮਿਲੇ ਘਰ ਆਏ। ਉਹ ਸੱਚਾ ਵਾਹਿਗੁਰੂ ਮੈਨੂੰ ਮਿਲ ਗਿਆ, ਮੇਰੇ ਘਰ ਵਿੱਚ ਆ ਕੇ ਮਿਲ ਗਿਆ, ਇਸ ਸਰੀਰ ਰੂਪੀ ਜਨਮ 'ਚ ਮਿਲ ਗਿਆ। ਇਸੇ ਕਰਕੇ ਮੈਂ ਉਹਦੇ ਤੋਂ ਬਲਿਹਾਰ ਜਾਂਦਾ ਹਾਂ ਜਾਂ ਜਾਂਦੀ ਹਾਂ। ਸੋ ਅੱਜ ਦੇ ਸ਼ਬਦ ਅੰਦਰ ਸਤਿਗੁਰ ਨੇ ਵਾਹਿਗੁਰੂ ਦੇ ਦਰਸ਼ਨ ਅਸਾਂ ਨੇ ਕਿਉਂ ਕਰਨੇ ਹਨ, ਉਹਦੇ ਮੁੱਖ ਕਾਰਨ ਸਾਡੇ ਸਾਹਮਣੇ ਰੱਖੇ ਹਨ।